Hello everyone, welcome to candarefuse.com. ਰਾਈਟ ਸੋ ਅੱਜ ਦੀ ਵੀਡੀਓ ਬਹੁਤ ਹੀ ਇੰਟਰਸਟਿੰਗ ਆ ਬਿਕੋਜ਼ ਅੱਜ ਆਪਾਂ ਇੱਕ ਕਵਰ ਲੈਟਰ 'ਤੇ ਗੱਲ ਕਰਨੀ ਹੈ ਰਾਈਟ। ਸੋ ਆਹ ਕਵਰ ਲੈਟਰ ਕਲਾਇੰਟ ਨੇ candarefuse.com ਤੋਂ ਆਪਣੀ ਪੂਰੀ ਫਾਈਲ ਨਿਕਲਵਾਈ ਰਾਈਟ। ਕੇਪਸ ਨੋਟ ਪਲੱਸ ਫਾਈਲ ਦੇਖ ਸਕਦੇ ਹਾਂ, ਇਲੈਕਟ੍ਰੋਨਿਕ ਸਟੈਂਪ ਲੱਗੀ ਹੁੰਦੀ ਆ ਹਰ ਇੱਕ ਪੇਜ 'ਤੇ ਜਦੋਂ ਆਪਾਂ ਕੇਪਸ ਨੋਟ ਆਰਡਰ ਕਰਦੇ ਹਾਂ ਰਾਈਟ। ਸੋ ਜਿਹੜੀ ਫਾਈਲ ਆਉਂਦੀ ਆ ਹਰ ਇੱਕ ਡਾਕੂਮੈਂਟ 'ਤੇ ਇਲੈਕਟ੍ਰੋਨਿਕ ਸਟੈਂਪ ਲੱਗੀ ਹੁੰਦੀ ਕੈਨੇਡੀਅਨ ਐਂਬੈਸੀ ਦੀ ਰਾਈਟ। ਸੋ ਆਹ ਕਵਰ ਲੈਟਰ ਆ ਕਲਾਇੰਟ ਦਾ ਜਿਹੜਾ ਉਹਦੇ ਏਜੰਟ ਨੇ ਸਬਮਿਟ ਕੀਤਾ ਸੀ। ਸੋ ਦ ਰੀਜ਼ਨ ਵਾਈ ਐਮ ਸ਼ੇਅਰਿੰਗ ਦਿਸ ਇਜ਼ ਬਿਕੋਜ਼ ਕੋਈ ਵੀ ਪ੍ਰਾਈਵੇਟ ਇਨਫੋਰਮੇਸ਼ਨ ਕਲਾਇੰਟ ਦਾ ਨਾਮ, ਜਿੱਥੇ ਉਹ ਕੰਮ ਕਰ ਰਿਹਾ ਰਾਈਟ, ਕੋਈ ਵੀ ਇੱਦਾਂ ਦੀ ਇਨਫੋਰਮੇਸ਼ਨ ਇਹਦੇ ਵਿੱਚ ਨਹੀਂ ਆ। ਸੋ ਇਸ ਕਰਕੇ ਆਈ ਥੋਟ ਕਿ ਕਿਉਂ ਨਾ ਸ਼ੇਅਰ ਕੀਤਾ ਜਾਵੇ ਤੁਹਾਡੇ ਨਾਲ। ਓਕੇ, ਸੋ ਇਹਨੂੰ ਰੀਡ ਕਰਦੇ ਹਾਂ, ਨਾਲ ਦੀ ਨਾਲ ਆਪਾਂ ਐਕਸਪਲੇਨ ਕਰਦੇ ਹਾਂ ਕਿ ਕਿਉਂ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋਇਆ। ਡੀਅਰ ਸਰ ਮੈਮ, I applied Canada Tourist 2 times but it was refused. Honestly, I was very shocked that why I was refused visa. So ਤੁਸੀਂ ਦੇਖ ਸਕਦੇ ਹੋ ਕਿ ਗ੍ਰਾਮਰ ਕਿੱਦਾਂ ਰਾਈਟ। ਇਟਸ ਨਾਟ ਈਵਨ ਏ ਗੁੱਡ ਸੈਂਟੈਂਸ ਟੂ ਰੀਡ। ਪੰਚ ਹੀ ਵਧੀਆ ਨਹੀਂ ਲੱਗ ਰਿਹਾ ਰਾਈਟ ਕਿ ਮੇਰਾ 2 ਵਾਰੀ ਰਿਫਿਊਜ਼ ਹੋਇਆ, ਮੈਂ ਸ਼ੌਕ 'ਚ ਹਾਂ। ਸੋ ਕਿ ਰਿਫਿਊਜ਼ ਕਾਹਤੋਂ ਹੋਇਆ? ਜੇ ਤੁਸੀਂ ਕਵਰ ਲੈਟਰ ਇੱਦਾਂ ਦਾ ਪ੍ਰੋਵਾਈਡ ਕਰ ਰਹੇ ਹਾਂ ਸੋ ਨੋ ਡਾਊਟ ਬਾਕੀ ਐਪਲੀਕੇਸ਼ਨਸ ਤੁਸੀਂ ਕੀ ਕਰੋਗੇ। ਓਕੇ Sir, ma'am, I am very well settled in Canada. I don't have any need to stay in any country legally or illegally other than India. Right. I am a manager in a medical company. My salary and commission is about 1,10,000 per month. You can see in my bank statement deposit of 7,600 on every month between 27-29 is without other salary benefits. I am making very good living. We have 2 small sons in India. My mother and mother-in-law will take care about them for about 10 days. ਸੋ ਤੁਸੀਂ ਦੇਖ ਲਓ ਗ੍ਰਾਮਰ ਹੀ ਗਲਤ ਆ। ਸੋ ਇੱਥੇ ਲਿਖਿਆ ਕਿ ਉਹਨਾਂ ਦੀ ਸੈਲਰੀ ਦੇਖੋ 76,000 ਮਹੀਨੇ ਦੀ ਆ, ਪਲੱਸ ਉਹਨਾਂ ਨੂੰ ਕਮਿਸ਼ਨ ਆਉਂਦੀ ਹੈ ਤੇ 1,10,000 ਕਮਾਉਂਦੇ, ਫਿਰ ਵੀ ਉਹਨਾਂ ਦਾ ਵੀਜ਼ਾ ਰਿਫਿਊਜ਼ ਹੋਇਆ। ਵਾਈ? ਬਿਕੋਜ਼ ਜਦੋਂ ਆ ਵੀਜ਼ਾ ਆਫਿਸਰ ਰੀਡ ਕਰਦਾ ਆਹ ਕਵਰ ਲੈਟਰ ਨੂੰ, ਉਹ 'ਤੇ ਇੰਪਰੈਸ਼ਨ ਬਹੁਤ ਬੈਡ ਪੈਂਦਾ ਕਿਉਂਕਿ ਉਹਨੂੰ ਕੋਈ ਸ਼ੱਕ ਪੈਂਦਾ ਕਿ ਮੇਬੀ ਆ ਬੰਦਾ ਜੈਨੂਇਨ ਨਾ ਹੋਵੇ। ਕਿਉਂਕਿ ਜਿਹੜਾ ਵਰਕਰ 1 ਲੱਖ ਤੋਂ ਉੱਪਰ ਕਮਾ ਰਿਹਾ ਕਿ ਉਹ ਇੱਕ ਅੱਛਾ ਕਵਰ ਲੈਟਰ ਵੀ ਨਹੀਂ ਲਿਖ ਸਕਦਾ ਰਾਈਟ। ਇੱਕ ਮੈਡੀਕਲ ਕੰਪਨੀ 'ਚ ਮੈਨੇਜਰ ਹੋ ਕੇ ਤੁਸੀਂ ਇੱਦਾਂ ਦਾ ਕਵਰ ਲੈਟਰ ਲਿਖੋਗੇ। ਸੋ ਆਓ ਤਾਂ ਡਾਊਟਫੁਲ ਹੋ ਜਾਂਦਾ ਨਾ। ਐਂਡ ਇਹਨਾਂ ਦੀ ਐਪਲੀਕੇਸ਼ਨ ਵਿੱਚ ਵੀ ਬਹੁਤ ਮਿਸਟੇਕ ਸੀ। ਦੇਖੋ ਤੀਜੀ ਵਾਰੀ ਇਹਨਾਂ ਦਾ ਵੀਜ਼ਾ ਰਿਫਿਊਜ਼ ਹੋਇਆ ਵਾ। 2 ਟਾਈਮ ਪਹਿਲਾਂ ਸੀ, ਆਹ ਤੀਸਰੀ ਵਾਰ ਦਾ ਕੇਪਸ ਨੋਟ ਆ ਰਾਈਟ। ਪੂਰੀ ਫਾਈਲ ਨਿਕਲਵਾਈ। ਮਾਈ ਵਾਈਫ ਮਦਰ ਆਲਸੋ ਲਿਵ ਵਿਦ ਅਸ ਵੈਲ ਮਾਈ ਮਦਰ। ਸੋ ਦੇਖੋ ਕਿ ਬੱਚਿਆਂ ਨੂੰ ਓਕੇ ਸੋ ਮੋਮ ਵੀ ਸੰਭਾਲੂਗੀ। ਸੋ ਦੇਖੋ 10 ਦਿਨ ਲਈ ਜਾ ਰਹੇ ਹਾਂ ਅਤੇ ਦੱਸਣ ਦੀ ਲੋੜ ਹੀ ਨਹੀਂ ਵਿੱਚ। ਸੋ ਕਵਰ ਲੈਟਰ ਵਿੱਚ ਨਾ ਕੋਈ ਪ੍ਰੋਪਰ ਪਰਪਸ ਦੱਸਿਆ ਕਿ ਕਿੱਥੇ ਜਾਣਾ, ਕਿੱਥੇ ਘੁੰਮਣਾ ਰਾਈਟ। ਨਾ ਕੋਈ ਦੱਸਿਆ ਵਾ ਕੀ ਕੰਮ ਕਰਦੇ ਆ, ਕਿੰਨੇ ਪੈਸੇ ਕਮਾਉਂਦੇ ਆ, ਕਿਹੜੀ ਕੰਪਨੀ 'ਚ ਕੰਮ ਕਰਦੇ ਆ ਰਾਈਟ, ਕਿੰਨੀ ਸੈਲਰੀ ਪਰ ਮੰਥ ਆ, ਤਾਂ ਆਹ ਜਿਹੜੇ ਉੱਪਰ ਕਮਿਸ਼ਨ ਆਉਂਦੀ ਹੈ ਕਿਸ ਤਰ੍ਹਾਂ ਆਉਂਦੀ ਹੈ ਰਾਈਟ। ਉਹਦੇ ਬਾਰੇ ਵੀ ਕੋਈ ਡੀਟੇਲਸ ਨਹੀਂ ਦਿੱਤੀ ਗਈ। ਵਾਪਸ ਆਉਣ ਦਾ ਰੀਜ਼ਨ ਕੀ ਆ, ਸਟਰੋਂਗ ਟਾਈਜ਼ ਕਿਹੜੇ ਆ ਇੰਡੀਆ ਵਿੱਚ। ਸੋ ਬਹੁਤ ਗੱਲਾਂ ਹੁੰਦੀਆਂ, ਕੁਛ ਵੀ ਨਹੀਂ ਦੱਸਿਆ ਗਿਆ। ਲਾਸਟ ਵਿੱਚ ਕਹਿੰਦੇ ਆ ਇਫ ਯੂ ਇਸ਼ੂ ਅਸ ਟੂਰਿਸਟ ਵੀਜ਼ਾ ਆਈ ਪ੍ਰੋਮਿਸ ਵੀ ਵਿਲ ਨਾਟ ਸਟੇ ਈਵਨ 1 day ਲੋਂਗਰ ਦੈਨ ਮਾਈ ਪਲਾਨ ਟ੍ਰਿਪ। ਦੇਖੋ ਇੱਥੇ ਆਹ ਦੇਖੋ ਮਾਈ ਪਲਾਨ ਟ੍ਰਿਪ ਆ ਗਿਆ ਨਾ, ਆਵਰ ਪਲਾਨ ਟ੍ਰਿਪ ਹੋਣਾ ਚਾਹੀਦਾ ਕਿਉਂ 2 ਜਣੇ ਜਾ ਰਹੇ ਆ। ਜਨਵਰੀ 19 2022 ਜਨਵਰੀ 27 ਇਨ ਯੋਰ ਕੰਟਰੀ, ਤੁਹਾਡੇ ਦੇਸ਼ ਵਿੱਚ। ਕਿੰਨਾ ਰੂਡ ਲੱਗਦਾ ਚੀਜ਼ ਸੁਣ ਨੂੰ। ਇਫ ਯੂ ਵਾਂਟ we can deposit our passport or any other security funds on arrival at airport in Canada to immigration of Canada. ਸੋ ਕਿੱਦਾਂ ਦੀ ਗੱਲ ਆ, ਕਿਹੜਾ ਏਜੰਟ ਇੱਦਾਂ ਲਿਖਦਾ ਹੁੰਦਾ ਕਿ ਮੈਂ ਕਲਾਇੰਟ ਕਹਿ ਰਿਹਾ ਕਿ ਪਾਸਪੋਰਟ ਜਮ੍ਹਾਂ ਕਰਾ ਦੂੰਗਾ ਜੇ ਤੁਸੀਂ ਇੱਥੇ ਤੱਕ ਮੇਰੇ 'ਤੇ ਸ਼ੱਕ ਕਰ ਰਹੇ ਆ ਰਾਈਟ। ਸੋ ਮੀਨਿੰਗ ਟੂ ਸੇ ਕਵਰ ਲੈਟਰ ਇੱਕ ਟੂਲ ਹੁੰਦਾ ਜਿੰਨਾ ਤੁਸੀਂ ਵੀਜ਼ਾ ਆਫਿਸ ਨਾਲ ਗੱਲ ਕਰਨੀ ਹੁੰਦੀ ਆ। ਜੇ ਤੁਹਾਡਾ ਏਜੰਟ ਇਹਨੂੰ ਵਧੀਆ ਨਹੀਂ ਲਿਖਦਾ, ਤੁਹਾਡੀ ਐਪਲੀਕੇਸ਼ਨ ਭਾਵੇਂ ਸਟਰੋਂਗ ਵੀ ਆ, ਵੀਜ਼ਾ ਆਫਿਸ ਨੇ ਰੀਡ ਕਰਕੇ ਬਹੁਤ ਡਾਊਟਸ ਮਨ ਵਿੱਚ ਪੈਦਾ ਹੋਣੇ, ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਵਾ। ਸੋ ਜੇ ਤੁਹਾਨੂੰ ਪਤਾ ਨਹੀਂ ਕਿ ਤੁਹਾਡੇ ਕਵਰ ਲੈਟਰ 'ਚ ਕੀ ਲਿਖਿਆ ਸੀ, ਇਨ ਦਿਸ ਕੇਸ ਕਲਾਇੰਟ ਨੂੰ ਪਤਾ ਨਹੀਂ ਸੀ ਕਿ ਏਜੰਟ ਨੇ ਕਵਰ ਲੈਟਰ 'ਚ ਕੀ ਲਿਖਿਆ ਵਾ ਰਾਈਟ, ਕਿ ਉਹਦੀ ਐਪਲੀਕੇਸ਼ਨ ਫਾਰਮ 'ਚ ਕਿੰਨੀਆਂ ਗਲਤੀਆਂ, ਉਹਨੂੰ ਕੋਈ ਨੌਲੇਜ ਨਹੀਂ ਸੀ
ਰਾਈਟ। ਇਸ ਕਰਕੇ ਉਹਨੇ ਕੇਪਸ ਨੋਟ ਪਲੱਸ ਫਾਈਲ canada refuse.com ਤੋਂ ਨਿਕਲਵਾਈ